अस्सलाम वालेकुम नाज़रीन। प्रोग्राम आज हमारे के साथ आज जर्मनी से एक दोस्त है मकसूद साहब, उनको भी प्रोग्राम में शामिल करेंगे, उनसे भी पूछेंगे, कुछ मैं भी आपको बताऊंगा। जी अस्सलाम वालेकुम सर। जी वालेकुम सलाम सर, क्या हाल है? खैरियत है? अल्हम्दुलिल्लाह। अच्छा मकसूद साहब, क्या आप देख रहे हैं आजकल पाकिस्तान के हालात, कुछ तब्दीली नज़र आ रही है? नहीं जनाब, तब्दीली ਉੱਥੇ ਕੋਈ ਨਹੀਂ ਆ ਸਕਦੀ। अच्छा। ਉਹਦੀ ਵਜ੍ਹਾ ਇਹ ਹੈ ਕਿ ਜਿੰਨਾ ਤੱਕ ਹੈ ਤੁਹਾਡੇ ਵੇਖੋ ਨਾ 10 ਬੰਦੇ ਨਹੀਂ ਹੈਗੇ ਤੇ ਇਹਨਾਂ ਨੇ 1 ਮਿਲੀਅਨ ਬੰਦਾ ਮਾਰ ਛੜਿਆ ਪਾਕਿਸਤਾਨ ਦਾ, ਤੇ 10 ਬੰਦੇ ਨਹੀਂ ਚਾਹੇ ਮਾਰਦੇ ਪਏ, ਤੇ ਤਬਦੀਲੀ ਉੱਥੇ ਭਰਨ ਕੀ ਆਉਣੀ ਹੈ। नहीं तो की कहता जाए फिर की हाल है ਦੂਸਰੀ ਗੱਲ ਇਹ ਹੈ ਕਿ ਮੈਂ ਫੋਨ ਇਸ ਵਾਸਤੇ ਕੀਤਾ ਕਿ ਰਾਤੀ ਦੇਖੋ ਨਾ ਜ਼ਰਦਾਰੀ ਸਾਹਿਬ ਨੇ ਤੇ ਉਹ ਜਨਾਬ ਬਿਲਕੁਲ ਖਾਮੋਸ਼ ਹੋ ਕੇ ਬੈਠੇ ਸਨ। ਉਹ ਬਿਲਕੁਲ ਨਹੀਂ ਕੂਰੇ, ਬਿਲਕੁਲ ਖਾਮੋਸ਼ੀ ਨਾਲ ਬੈਠੇ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਆਹ ਹਕੂਮਤ ਚੱਲੀ ਹੈ ਤੇ ਰਾਤੋਂ ਰਾਤ ਨਸਿਆ ਨੇ, ਉਹ ਇਸ ਵਾਸਤੇ ਨਹੀਂ ਆਏ ਵਿਚਾਰੇ ਕੋਈ ਨੂਨ ਬਣਾਉਣੇ ਕਿ ਮੇਰਾ ਮੁੰਡੇ ਦਾ ਨਾਲ ਬੜਾ ਗਰਕ ਹੋਏਗਾ ਬਲਾਵਲ ਭੱਟੋ ਦਾ, ਮੇਰੀ ਹਕੂਮਤ ਵੀ ਗਈ। ਤੇ ਇਹ ਹੈ ਕਿ ਇਸ ਬੰਦੇ ਕੋਲੋਂ ਇਮਰਾਨ ਖਾਨ ਸਾਹਿਬ ਨੂੰ ਜਦੋਂ ਤੱਕ ਜ਼ਿੰਦਾ ਬਚਣਾ ਚਾਹੀਦਾ, ਕਿਉਂਕਿ ਜਦੋਂ ਤੱਕ ਇਮਰਾਨ ਖਾਨ ਦੀ ਯਾਨੀ ਕਿ ਜਿਸ ਨੇ ਆਪਣੀ ਬੀਵੀ ਦਾ ਇਸ ਸ਼ਖਸ ਨੇ ਕਤਲ ਕੀਤਾ ਤੇ ਇਲਜ਼ਾਮ ਲੱਗਦਾ ਕਿ ਮੈਂ ਆਪਣੀ ਵਾਈਫ ਮਰਵਾਈ, ਆਪਣੇ ਸਾਲੇ ਮਰਵਾਏ, ਤੇ ਇਹ ਇਹਦਾ ਮੁੰਡਾ ਉਸ ਵਕਤ ਤੱਕ ਵਜ਼ੀਰ ਆਲਾ ਨਹੀਂ ਬਣ ਸਕਦਾ ਜਿਸ ਵਕਤ ਤੱਕ ਇਮਰਾਨ ਖਾਨ ਜਿੱਦਾ, ਤੇ ਉਹ ਇਹਨਾਂ ਕੇ ਕੋਈ ਗੇਮ ਕਰ ਜਾਵੇ। ਇਸ ਵਾਸਤੇ ਇਹਦੇ ਕੋਈ ਖਤਰਾ ਇਮਰਾਨ ਹੋਰ ਕੋਈ ਨਹੀਂ ਉਹਨੂੰ ਕਰ ਸਕਦਾ। ਇਸ ਵਾਸਤੇ ਮੈਂ ਕੀਤਾ ਹੋਇਆ ਤੇ ਕੇਅਰ ਕਰੋ। ਬਾਕੀ ਇਨਸ਼ਾਅੱਲਾ ਲਾਤੇ ਹਾਜ਼ਰਾ ਦੇਂਦਾ ਕੋਈ ਵੀ ਡਿਸਕਸ ਹੋਏਗੀ ਇਨਸ਼ਾਅੱਲਾ ਤੁਹਾਡੇ ਨਾਲ ਪੂਰੀ ਤਫਸੀਲ ਤੁਹਾਨੂੰ ਦੱਸਾਂਗੇ ਇਨਸ਼ਾਅੱਲਾ, ਕੋਈ ਨਹੀਂ ਮਸਲਾ। अच्छा हाले तुसी यही कहना चाहते थे, ठीक है। ਹਾਂਜੀ ਅਜੇ ਮੇਰਾ ਇਹ ਸੀ ਕਿ अच्छा नहीं ਰੋਜ਼ ਯਾਰੀ नहीं ते ये दसो कि जरदारी दौड़ा है लाहौर और प्रॉब्लम ਇਹਦੇ ਚ ਇਹ ਵਾ ਕਿ ਤੁਹਾਡਾ ਕੀ ਖਿਆਲ ਹੈ ਕਿ ਜ਼ਰਦਾਰੀ ਦੇ ਏਡੇ ਕਿਉਂ ਹੱਥ ਖੁੱਲ ਗਏ ਨੇ ਕਿ ਉਹ ਜੋ ਚਾਹੁੰਦਾ ਉਹ ਤਬਦੀਲ ਕਰ ਲੈਂਦਾ। ਉਹਨੇ ਜਿੰਨੇ ਲੋਕ ਸੀ 12 ਪਾਰਟੀਆਂ ਦੇ ਉਹਨਾਂ ਨੂੰ ਆਪਣੇ ਕੰਟਰੋਲ 'ਚ ਕਰ ਲਿਆ। ਲੇਕਿਨ ਉਹਨਾਂ ਅਸਲ ਮੁਸ਼ਕਲ ਉਹਨਾਂ ਨੇ ਵੇਖਿਆ 50 ਕਰੋੜ ਵੈਸੇ ਉਹਨਾਂ ਨੇ ਲਾਇਆ, ਲੋਕਾਂ ਨੇ ਵੇਖਿਆ, ਲੇਕਿਨ ਕਿਉਂਕਿ ਪਹਿਲੇ ਲੋਕਾਂ ਨੇ ਹਾਲ ਵੇਖ ਲਿਆ ਲੋਟਿਆਂ ਨੇ, ਤੇ ਮੇਰੇ ਖਿਆਲ ਨਹੀਂ ਕੋਈ ਇਸ ਤਰ੍ਹਾਂ ਦਾ ਦੁਬਾਰਾ ਇਮਰਾਨ ਖਾਨ ਨਾਲ ਉਹ ਕਰਨ ਲੱਗੇ। ਲੇਕਿਨ ਕੋਸ਼ਿਸ਼ ਜ਼ਾਹਰ ਉਹਨਾਂ ਕਰਨੀ ਹੈ। ਫਿਰ ਵੀ ਧਾਂਦਲੀ ਕਰ ਗਈ ਉਹਨਾਂ ਨੇ 4-5 ਸੀਟਾਂ ਵੇਖੋ ਉਹਨਾਂ ਦੀਆਂ ਨਾ ਕਰਵਾਈਆਂ ਵੀ ਗਲਤ, ਹਾਲਾਂਕਿ ਸਾਰੀਆਂ ਸੀਟਾਂ ਤਕਰੀਬਨ ਉਹ ਪਿੰਡੀ ਵਾਲੀ ਸੀਟ ਵੀ 40 ਵੋਟਾਂ ਦੇ ਉੱਤੋਂ ਐਂ ਕੱਢ ਗਏ। ਲੇਕਿਨ ਮੇਨ ਮਕਸਦ ਇਹ ਹੈ ਕਿ ਇਹਦਾ ਖਾਬ ਜ਼ਰਦਾਰੀ ਦਾ ਕਿ ਮੇਰਾ ਮੁੰਡਾ ਵਜ਼ੀਰ ਆਜ਼ਮ ਬਣੇ ਪਾਕਿਸਤਾਨ ਦਾ ਵਜ਼ੀਰ ਹੈ, ਉਹ ਇਸ ਵਾਸਤੇ ਉਹਦਾ ਨਹੀਂ ਪੂਰਾ ਹੋ ਸਕਦਾ ਜਦੋਂ ਤੱਕ ਇਮਰਾਨ ਖਾਨ ਦਿੱਤਾ। ਪੰਜਾਬ ਦੇ ਵਿੱਚ ਤੇ ਪੰਜਾਬ ਦੇ ਮੇਰੀ ਗੱਲ ਸੁਣੋ, ਪੰਜਾਬ ਦੇ ਵਿੱਚ ਤੇ ਪੀਪਲਸ ਪਾਰਟੀ ਹੈ ਹੀ ਨਹੀਂ, ਤੇ ਉਹ ਵਜ਼ੀਰ ਆਜ਼ਮ ਕਿੰਜ ਬਣ ਜਾਏਗਾ? ਇਹ ਤੇ ਇਹਦਾ ਵੀ ਖਾਬ ਹੈ ਕਿ ਮੈਂ ਸਦਰ ਬਣ ਜਾਵਾਂ। ਨਹੀਂ ਪਾਇਆ ਤੇ ਵੇਖੋ ਨਾ, ਮਸਲਨ ਜਦੋਂ ਇਮਰਾਨ ਖਾਨ ਨੂੰ ਖੁਦਾ ਦਾ ਕੁਝ ਹੁੰਦਾ ਫਿਰ ਸਾਰੀ ਗੇਮ ਜ਼ਰਦਾਰੀ ਦਾ ਹੱਥ ਤੁਰ ਜਾਣੀ, ਸਮਝ ਲਓ। ਉਹ ਇੰਜ ਕਰਦਾ ਮਤਲਬ ਇਹ ਕਿ ਕਰਵਾ ਕੇ ਇਮਰਾਨ ਖਾਨ ਨੂੰ ਉਹਦੇ ਤੇ ਪਾਦਰਾਂ ਦੇ ਨੂਨ ਲੀਗ ਦੇ ਉੱਤੇ ਨਾ ਕਿ ਜਨਾਬ ਵੇਖੋ ਇਹਨਾਂ ਨੇ ਕਰਵਾਇਆ ਤੇ ਇਹ ਕੰਮ ਇਹ ਮੈਂ ਗੱਲ ਕਰਦਾ, ਇਸ ਨੂੰ ਤੁਸੀਂ ਮੇਰੀ ਨਾਲ ਗੱਲ ਨਹੀਂ ਫੋਲੋ ਕੀਤੀ। ਨਹੀਂ ਮੈਂ ਸਮਝ ਗਿਆ ਸੀ, ਮੈਂ ਜ਼ਰਾ ਉਧਰ ਹੀ ਆ ਰਿਹਾ। ਤੁਹਾਡਾ ਖਿਆਲ ਹੈ ਕਿ ਸਫਾਰੀ ਦੇ ਸਕਦਾ ਵਾ ਇਮਰਾਨ ਖਾਨ ਦੀ, ਜਾਂ ਦੇ ਦਿੱਤੀ ਹੋਏ ਸ਼ਾਇਦ ਜੀ ਇਮਰਾਨ ਖਾਨ ਨੂੰ ਮਰਵਾਉਣ ਦੀ ਕੋਸ਼ਿਸ਼ ਕਰੇਗਾ? ਵੇਖੋ ਨਾ ਜੀ, ਉਹ ਏਡੇ ਨੇ, ਉਹਨਾਂ ਕੋਲ ਹੋਰ ਹੱਲ ਕੋਈ ਨਹੀਂ ਹੈਗਾ, ਉਹਨਾਂ ਕੋਲ ਹੱਲ ਕੋਈ ਨਹੀਂ ਹੈਗਾ। ਮੈਂ ਸਿਰਫ ਮੇਰਾ ਗੈਸ ਇਸ ਚੀਜ਼ ਦਾ ਵੇ, ਜੇ ਤੇ ਮੇਰੀ ਨਜ਼ਰ ਜਾ ਰਹੀ ਕਿ ਇਸ ਬੰਦੇ ਨੂੰ ਸਿਰਫ ਇੱਕੋ ਹੀ ਚੀਜ਼ ਹੈਗੀ ਹੈ, ਇਮਰਾਨ ਨੂੰ ਆਪਣੀ ਕੇਅਰ ਕਰਨੀ ਚਾਹੀਦੀ ਹੈ। ਉਹ ਆਵਾਮ ਚ ਆ ਜਾਂਦਾ, ਬੱਚਿਆਂ ਨੂੰ ਮਿਲਣ ਲੱਗ ਪੈਂਦਾ, ਦੂਜਿਆਂ ਨੂੰ ਉਹਨੂੰ ਚਾਹੀਦਾ ਘਰ ਬੰਦਾ ਬੱਚਾ ਕੋਈ ਵੀ ਆਵੇ ਫੁੱਲ ਪੇਸ਼ ਕਰੇ, ਉਹਨੂੰ ਚੈੱਕ ਕਰੋ ਕੋਈ ਚੀਜ਼ ਨਹੀਂ ਹੈਗੀ ਐਸੀ, ਹਰ ਚੀਜ਼ ਨਾਲ ਕੇਅਰ ਕਰਨੀ ਚਾਹੀਦੀ। ਕਿਉਂਕਿ ਜਦੋਂ ਤੱਕ ਇਮਰਾਨ ਖਾਨ ਉਹ ਇਹਦਾ ਮੁੰਡਾ ਅੱਗੇ ਨਹੀਂ ਆ, ਅਗਰ ਹੁੰਦਾ ਤੇ ਇਹਦਾ ਇਹਨੇ ਸਾਰਾ ਕਹਿਣਾ ਲਓ ਜੀ ਨੌਨ ਲੀਗ ਨੇ ਫਲਾਣਾ ਬੰਦਾ ਮਰਵਾਤਾ, ਇੰਜ ਹੋ ਗਿਆ ਫਲਾਣਾ, ਤੇ ਇਹਨੇ ਉਧਰ ਮਿਲ ਕੇ ਸਾਰਾ ਯਾਨੀ ਕਿ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਵਾਸਤੇ ਇਹ ਹੈ ਖਤਰਾ, ਤੇ ਫਿਰ ਇਨਸ਼ਾਅੱਲਾ ਚਲੋ ਬਿਹਤਰ ਹੋਏਗਾ ਪੀਟੀਆਰ। ਅੱਛਾ ਇਹ ਦੱਸੋ ਕਿ ਰਾਣਾ ਸਨਾਉल्ला ਨੇ ਕੱਲ ਬਿਆਨ ਜਿਹੜਾ ਦਿੱਤਾ ਕਿ ਬੰਦੇ ਇੱਧਰ ਦੇ ਉੱਧਰ ਕਰ ਦਿਆਗੇ, ਦੱਸੋ ਯਾਰ ਅੱਜ ਮੁਲਕ ਦੇ ਵਿੱਚ ਸਾਹਮਣੇ ਬਹਿ ਕੇ ਜੀ 5 ਬੰਦੇ ਕਰ ਰਿਹਾ, ਇਹਦਾ ਤਾਂ ਪਰਚਾ ਨਹੀਂ ਹੋਣਾ ਚਾਹੀਦਾ। ਉਹੀ ਕਹਾਣੀ ਫਿਰ ਚੱਲ ਪਈ ਦੁਬਾਰਾ ਦਾ, ਮਤਲਬ ਉਹ ਇੰਨਾ ਕੁ ਦਿੰਦੇ ਨੇ ਬਸ ਜੋ ਨਿਕਲਦੇ ਫਿਰ ਰਾਤੀ ਸੁਬਾਹ ਯਾਦ ਆਉਂਦਾ ਅੱਛਾ ਚਲੋ ਹੁਣ ਹੱਥ ਰਹਿ ਗਿਆ, ਬਾਹਰ ਰਹਿ ਗਈ, ਉਂਗਲੀ ਰਹਿ, ਚਲੋ ਉਹ ਫਿਰ ਵਾਪਸ ਇੱਧਰ ਸ਼ੁਰੂ ਹੋ ਗਿਆ। ਰਹਾ ਲਓ ਜਨਾਬ, ਅਸੀਂ ਤੇ ਉਹ ਆਂਦੇ ਪਏ ਨੇ ਜਨਾਬ 20 ਸੀਟਾਂ ਇਮਰਾਨ ਖਾਨ ਦੀਆਂ ਸਨ, ਅਸੀਂ ਕਦੋਂ ਹਰੇ ਆ? ਆਹ ਤੇ 5 ਜਿੱਤੀਆਂ ਨੇ। ਨਹੀਂ ਤੇ ਜਿਹੜੀ ਉਹ ਮਰੀਮ ਨਵਾਜ਼ ਹੈ ਉਹਨੇ ਜਿਹੜਾ ਕਿਹਾ ਸੀ ਕਿ ਅਸੀਂ ਆਪਣੀ ਹਾਰ ਮੰਨਦੇ ਆ, ਬਾਅਦ ਚ ਇਹਨਾਂ ਨੂੰ ਹੋਸ਼ ਆਂਦੀ ਹੈ ਕਿ ਕਿਉਂ ਕਿਹਾ ਕੀ ਕਿਹਾ ਬੈਠੇ। ਜ਼ਾਹਰ ਤੁਸੀਂ ਰਾਤੀ ਉਹਨਾਂ ਦੀ ਫਿਲਮ ਦੇਖੀ ਹੋਏਗੀ, ਜੇ ਤਬਸਰੇ ਵੀ ਹੋ ਰਹੇ ਨੇ ਕਿ ਉਹ ਐਵੇਂ ਉਹਨਾਂ ਨੇ ਪੁਰਾਣੀ ਕੋਈ ਫਿਲਮ ਚਲਾ ਕੇ ਉੱਤੇ ਨਹੀਂ ਬੈਠੇ ਨੇ
ਹੱਸ ਕੇ ਮਜ਼ਾਕ ਕਰਦੇ ਪਰ ਫਿਰ ਲੋਕਾਂ ਨੂੰ ਦੱਸਣ ਵਾਸਤੇ ਕਿ ਸਾਨੂੰ ਕੋਈ ਨਹੀਂ ਹੋਇਆ, ਅਸੀਂ ਜ਼ਿੰਦਾ ਹੀ ਆ। ਤੇ ਅੱਜ ਜਨਾਬ ਇਹਨਾਂ ਦਾ ਕੋਈ ਆਰਡਰ ਨਿਕਲਾ ਕੋਰਟੋਂ ਦੇ ਨਾਲ ਸਾਰੇ ਕਿਸੇ ਨੇ ਵੀਲ ਚੇਅਰ ਲੈ ਕੇ ਆ ਜਾਣੀ ਹੈ, ਜਿਹਨੇ ਐਂਬੂਲੈਂਸ ਤੇ ਪੈ ਜਾਂਦਾ, ਕਿਸੇ ਨੂੰ ਆਪਣਾ ਬਿਮਾਰੀ ਯਾਦ ਆਉਂਦਾ ਬੜੀ। ਤੇ ਹੁਣ ਸਿਰਫ ਆਵਾਮ ਨੂੰ ਦੱਸ ਰਹੇ ਨੇ ਕਿ ਅਸੀਂ ਹੈਗੇ ਆ। ਤੁਸੀਂ ਕੱਲ ਖਾਜਾ ਸਾਹਿਬ ਦਾ ਸਾਰਾ ਸੁਣਿਆ ਹੋਣਾ, ਸਾਰਾ ਇੰਟਰਵਿਊ ਵੇਖ ਲਓ, ਵਿਚਾਰਾ ਗਾਲਾਂ ਹੀ ਕੱਢੀ ਜਾਂਦਾ ਪਿਆ। ਉਹ ਤੋਂ ਬਾਅਦ ਲੱਗਦਾ ਕਿ ਇਹਨੂੰ ਹੋਰ ਹੋਸ਼ ਆਈ ਹੈ ਕਿ ਇਮਰਾਨ ਖਾਨ ਤੇ ਸ਼ੈਤਾਨ ਉਤਰਦੇ ਹਿਸਾਬ ਲਾਉਂਦੇ ਨਹੀਂ। ਲੇਕਿਨ ਇਹ ਦੱਸੋ ਕਿ ਇਹ ਪਰਸੋਂ ਗੇਮ ਪਾ ਦੇਣਗੇ ਇਹ ਵਾਲੀ, ਵੈਸੇ ਤੁਸੀਂ ਕੀ ਕਹਿੰਦੇ ਜੇ ਕੋਈ ਨਾ ਕੋਈ? ਨਹੀਂ ਦੇਖੋ ਜੀ ਕੁਝ ਨਹੀਂ ਹੁੰਦਾ, ਲੇਕਿਨ ਇਹ ਹੋ ਸਕਦਾ ਕਿ ਉਹ ਲੋਕੀ ਉਹ ਵਿਕਣ ਨਾ, ਲੇਕਿਨ ਮੇਬੀ ਉਹ ਜਾਣ ਉੱਥੇ ਵੋਟ ਨਾ ਦੇਣ। ਇਹਨਾਂ ਦੇ ਵੀ ਤੇ ਨਾ ਹੀ ਜਾ ਸਕਦੇ ਨਾ, ਜ਼ਰੂਰੀ ਤੇ ਨਹੀਂ ਕਿ ਉਹਨਾਂ ਦੇ ਨਾ ਜਾਣ, ਇਹਨਾਂ ਦੇ ਵੀ ਤੇ 20-30 ਨਹੀਂ ਜਾ ਸਕਦੇ। ਫਿਰ ਮੇਰੇ ਖਿਆਲ ਦਾ ਮੁਸ਼ਕਲ ਹੈ ਕੰਮ, ਪੀਟੀਆਈ ਦੀ ਹੁਕੂਮਤ ਬਣ ਜਾਣੀ ਹੈ, ਮੁਸ਼ਕਲ ਹੈਗਾ ਨਾ ਕਿਉਂਕਿ ਉਹ ਲੋਟੇ ਪਹਿਲੇ ਬਨਾਬ ਹੋ ਗਏ ਨੇ ਤੇ ਇੱਥੇ ਵੀ ਉਹ ਸੇਲ ਹੋ ਜਾਣਾ ਸੀ ਕੰਮ, ਲੇਕਿਨ ਹੁਣ ਦੁਬਾਰਾ ਤੇ ਨਾ ਹੋ ਜਾ ਕੰਮ ਹੋ ਸਕਦਾ। ਦੇਖੋ ਅੰਦਰੋਂ ਹੁਣ ਸੋਚ ਤਾਂ ਰਹੇ ਨੇ, ਪਰ ਕੱਲ ਇਨਸ਼ਾਅੱਲਾ ਪਤਾ ਲੱਗ ਜਾਏਗਾ ਕੀ ਹੋ ਰਿਹਾ। ਹਾਂਜੀ ਅੱਛਾ, ਇਹ ਦੱਸੋ ਸਿਆਸਤ ਨਾਲ ਕਿੰਨੀ ਦਿਲਚਸਪੀ ਪੈਦਾ ਹੋਈ, ਕਿਦੋਂ ਤੋਂ ਸਿਆਸਤ ਨਾਲ ਦਿਲਚਸਪੀ ਤੁਹਾਨੂੰ? ਉਹ ਜਨਾਬ ਸਿਆਸਤ ਦਾ ਤੁਹਾਨੂੰ ਟਾਈਮ ਦਿਆਂਗੇ ਇਨਸ਼ਾਅੱਲਾ ਪੂਰਾ। ਸਿਆਸਤ ਦਾ ਵੀ ਮਜ਼ਹਬੀ ਵੀ ਕੋਈ ਵੀ ਐਸਾ ਹੋਏਗਾ, ਇਹ ਤੁਹਾਡੇ ਪਾਕਿਸਤਾਨ ਦੇ ਬੜੇ ਬੜੇ ਮੌਲਵੀ ਸਾਰੇ ਐਸੋ ਜਨਾਬ, ਅਸੀਂ ਮੋਸਟ ਵਾਂਟਡ ਉਹਨਾਂ ਦੇ ਵਿੱਚ ਪਤਾ ਨਹੀਂ। ਚਲੋ ਕਰਦੇ ਹਾਂ ਤੁਹਾਡਾ फिर प्रोग्राम होएगा। बहुत शुक्रिया ਤੁਹਾਡਾ नाज़रीन। इसलिए ये मैंने एक साहब को शामिल किया ताकि तासरात भी पता चले। आपने देखा कि पाकिस्तान में जो हालात बने हुए हैं, महंगाई है या कुछ भी है, किसी को भी इससे दिलचस्पी नहीं है। एकदम जो बड़े फीसद थे उनकी तनख्वाहों में इजाफा किया गया, इसमें गरीब को कहाँ से फ़ायदा पहुँचा? सिर्फ इसलिए उनकी तनख्वाहों में इजाफा किया गया कि इनको अगर हम कंट्रोल कर लेंगे तो जो पब्लिक है उसे भी कंट्रोल कर सकेंगे। दूसरी बात ये है कि पुलिस ऑफिसर और जितने भी इदारे थे जिन्होंने ऐसे काम किए जिससे अवाम में बेचैनी भी थी और अवाम परेशान भी थी, सहाफ़ी बरादरी पे केस बनाए, उनकी लिस्टें तैयार की जा रही हैं और उनको सख्त से सख्त सज़ा देने का फ़ैसला किया गया। ये बड़ा अच्छा कदम है मेरा ख्याल है, क्योंकि इस तरह भी आप ग़ुलामी के दौर से बाहर निकल सकते हैं। वरना ये इसी तरह जिस तरह आपने देखा कि कौम भी ग़ुलाम, पुलिस वाले भी ग़ुलाम, इदारे भी ग़ुलाम, हर चीज़ इस तरफ जा रही है। एक और मैं आपको चीज़ बताऊं कि पाकिस्तान में जो लोग भी सियासत में हिस्सा लेते हैं, जिस तरह अल्लाह पाक के वज़ीर दाखिला है, उनकी जो हालत है, उन पर जो मुकदमात हैं, उनको वज़ीर दाखिला बनाया इस वजह से गया है कि ये लोगों के ऊपर जुल्म करें, और वो अपनी ड्यूटी पूरी कर रहे हैं। जिस काम के लिए उन्हें मुकर्रर किया गया था, मेरा वो पूरा काम कर रहे हैं। जो अफसोसनाक अभी तक बात जो सामने आ रही है कि हमारी आर्मी के जो चीफ ऑफ आर्मी स्टाफ है, उनको भी जिस तरह दूसरों को कोई शर्म नहीं आई उनको भी ज़रा सी नहीं है। उन्होंने भी अपने आप में कोई तब्दीली पैदा नहीं की। ये जो इलेक्शन जीते गए हैं, ये अल्लाह ताला का एक ख़ास फजल हुआ। इन लोगों ने मुकम्मल तौर पर धांधली की, ऐसी काम किए जो कि ऑडियो सामने आ रही है कि लोगों पे तशद्दुद किया गया। वहाँ पे पोलिंग स्टेशन पे जो ऑफिसर थे उनको मारा गया, इनके गुंडों ने मारा जाके। नून लीग ने हमेशा जो काम किया, शुरू से आपके इलम में है कि गुंडागर्दी का इनमें जो तशद्दुद की सियासत है वो शुरू से चल रही है। जज हैं उनको ये डराते हैं। जज जो है स्टेट बैंक के जो एक गवर्नर थे, उनकी बेटी के कपड़े उतार दिए जाके उसके सामने, उसको कहा ये आप हमारी बात मान लें वरना ये हो जाएगा। तो इनका असल चेहरा जो बहुत ही ख़तरनाक है। एक और मैं आपको चीज़ बता दूं कि जिस दिन से कुछ हालात बेहतर हुए हैं, जब पीटीआई की 15 सीटें सामने आई हैं, अभी मीडिया के जो सीनियर सहाफ़ी हैं वो कहते हैं कि ये इन्होंने जीतने कैसे दिया। उनको भी पता था कि ये बेईमान टोला है, ये आराम से जीतने नहीं देगा। मगर मैं लानत ऐसे लोगों पे भेजना चाहता हूँ जिनको पता है कि ये बेईमान है, फिर भी उनके साथ ये लगे हुए हैं। उनको कोई शर्म यार नहीं, ना उनको पाकिस्तान की फ़िक्र, ना उनको पाकिस्तान की अवाम की फ़िक्र। ऐसे पुलिस ऑफिसर भी लानती किरदार आपको मिलेंगे, ऐसे इदारों में भी लोग मिलेंगे जिन्होंने सारी ज़िंदगी सिर्फ इन लोगों की ग़ुलामी की। इनकी लानत जो है एक दूसरे पे पड़ती रही, मगर उसके नतीजे अब निकलने शुरू हुए।
अब लोगों को सामने आ रहे हैं उनके चेहरे भी, जिस तरह अब लिस्टों के बाद इनको सजा दी जाएगी, सोशल मीडिया पे भी इनकी छतरोल होगी। जिन्होंने तशद्दुद किया, जिन्होंने 25 मई को ख़वातीन पर जो गाड़ियाँ तोड़ी गई, जिन चेहरों को नकाब में छुपा के ये सामने लाए थे, उन चेहरों से नकाब हटा दिए जाएंगे और फिर अदालतों का काम है कि उन्हें सजा दे। मगर सबसे पहले हमारी अदालतें क्यों एक खामोश हैं? कल अदालत ने कहा जनाब पार्लियामेंट का मसला था, ये खुद चोर चक्के बैठे हुए अदालतों में, इन्हें खुद एनओआर चाहिए होता है, ये खुद नहीं चाहते कि नैब में इनके चाहे आपके इल्म में है कि कोई जज पिछले दिनों, अब क्या नाम लेने, मिट्टी डाले इन लांतियों पे भी, वहाँ पे नैब में इनके केस किए हुए थे। तो ये खुद भी नहीं चाहते कि ये रास्ता हमवार हो, ये चाहते हैं कि इस तरह ही चलता रहे जिस तरह पाकिस्तान चल रहा है। मगर जिस तरह आज शऊर आ रहा है सोशल मीडिया के ज़रिए, मीडिया के ज़रिए, तो मेरा ख्याल है कि इन्हें अपने आप को तब्दील करना होगा। श्रीलंका वाले हालात अभी भी टले नहीं हैं, अभी भी वहाँ पाकिस्तान में कुछ भी हो सकता है, लोग बहुत तकलीफ में हैं, लोग परेशान हैं। ये कब हालात होंगे ये आपको जल्द पता चल जाएगा। शाम को हालात हादसा में आपको मज़ीद तफसीलात बताएंगे। जुड़े रहें हमारे साथ, सब्सक्राइब